ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦਾ ਪ੍ਰਭੂ ਨੇ ਮੈਨੂੰ ਆਪ ਦੇ ਨਾਲ ਬੈਠਣ ਦਾ ਅਤੇ ਆਪ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ। ਉਸ ਦੇ ਲਈ ਧੰਨਵਾਦ। ਜੋ ਤੁਸੀਂ ਲਗਾਤਾਰ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਔਰ ਮੇਰੀ ਸੇਵਾ ਦੇ ਲਈ ਪ੍ਰਾਰਥਨਾ ਕਰ ਰਹੇ ਹੋ, ਉਸ ਦੇ ਲਈ ਮੈਂ ਆਪ ਦਾ ਧੰਨਵਾਦੀ ਹਾਂ। ਜੋ ਵੀ ਜ਼ਰੂਰਤ, ਜੋ ਵੀ ਨੀਡ ਇਸ ਵਚਨ ਦੇ ਨਾਲ ਜੁੜੀ ਹੋਈ ਹੈ, ਉਸ ਨੂੰ ਵੀ ਪ੍ਰਭੂ ਆਪ ਸਭ ਦੀਆਂ ਪ੍ਰਾਰਥਨਾਵਾਂ ਦੇ ਰਾਹੀਂ ਪੂਰਾ ਕਰ ਰਿਹਾ। ਉਸ ਦੇ ਲਈ ਵੀ ਮੈਂ ਪ੍ਰਭੂ ਦਾ ਧੰਨਵਾਦ ਕਰਦਾ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਤੁਸੀਂ ਸਾਨੂੰ ਅੱਜ ਦਾ ਦਿਨ ਦਿੱਤਾ ਹੈ, ਆਪਣੀ ਕਿਰਪਾ ਦੇ ਨਾਲ ਬਖਸ਼ਿਆ ਕਿ ਅਸੀਂ ਇਸ ਵਿੱਚ ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰ ਸਕਣ। ਬਹੁਤ ਸਾਰੇ ਲੋਕ ਅੱਜ ਦਾ ਦਿਨ ਨਹੀਂ ਦੇਖ ਸਕੇ, ਪਰ ਆਪਨੇ ਸਾਨੂੰ ਵਿਖਾ ਲਿਆ, ਇਸ ਲਈ ਕਿ ਅਸੀਂ ਇਸ ਵਿੱਚ ਤੇਰੀ ਮਹਿਮਾ, ਤੇਰੀ ਵਡਿਆਈ ਕਰ ਸਕੀਏ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਜੋ ਵਚਨ ਆਪਨੇ ਸਾਨੂੰ ਦਿੱਤਾ ਹੈ, ਉਸ ਵਚਨ ਦਾ ਵਿਕਾਸਵਾ ਕਰਨ ਦੇ ਲਈ ਔਰ ਆਪ ਦੇ ਜਿੰਨੇ ਵੀ ਪਵਿੱਤਰ ਜਨ ਇਸ ਨੂੰ ਸੁਣ ਰਹੇ ਨੇ, ਉਹਨਾਂ ਨੂੰ ਪਰਮੇਸ਼ਰ ਦਾ ਇਸ ਨੂੰ ਸਮਝਣ ਦੇ ਲਈ ਔਰ ਇਸ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਲਈ ਮਦਦ ਕਰ, ਤਾਂ ਕਿ ਜਦੋਂ ਤੇਰੀ ਆਮਦ ਹੋਵੇ ਤਾਂ ਤੇਰੇ ਵਚਨ ਦੀ ਇਸੇ ਪਵਿੱਤਰਤਾ ਦੇ ਨਾਲ ਤੇਰੇ ਨਾਲ ਜਾ ਮਿਲਣ ਔਰ ਤੇਰਾ ਹੀ ਨਾਮ ਉੱਚਾ ਹੋ ਸਕੇ। ਸਾਨੂੰ ਸਭਨਾਂ ਨੂੰ ਇਸ ਵਚਨ ਨੂੰ ਸਮਝਣ ਅਤੇ ਸੁਣਨ ਔਰ ਇਸ ਦੇ ਅਨੁਸਾਰ ਚੱਲਣ ਦੇ ਲਈ ਮਦਦ ਕਰ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ, ਉਹ ਪਹਿਲਾ ਸ਼ਮੂਏਲ ਉਸ ਦਾ 3 ਅਧਿਆਏ 7 ਤੋਂ ਲੈ ਕੇ 10 ਆਇਤਾਂ ਤੱਕ ਦਾ ਲਿਆ ਹੈ। ਇੱਥੇ ਲਿਖਿਆ ਹੈ, ਪਰ ਸ਼ਮੂਏਲ ਨੇ ਅਜੇ ਯਹੋਵਾ ਨੂੰ ਨਹੀਂ ਸੀ ਜਾਣਿਆ, ਨਾ ਹੀ ਯਹੋਵਾ ਦੀ ਬਾਣੀ ਉਸ ਦੇ ਉੱਤੇ ਪ੍ਰਗਟ ਹੋਈ ਸੀ। ਫਿਰ ਯਹੋਵਾ ਨੇ ਤੀਜੀ ਵਾਰ ਸ਼ਮੂਏਲ ਨੂੰ ਸੱਦਿਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਔਰ ਆਖਿਆ, ਮੈਂ ਹਾਜ਼ਰ ਹਾਂ, ਤੁਸੀਂ ਜੋ ਮੈਨੂੰ ਸੱਦਿਆ ਹੈ। ਏਲੀ ਨੇ ਜਾਣਿਆ ਕਿ ਯਹੋਵਾ ਨੇ ਮੁੰਡੇ ਨੂੰ ਸੱਦਿਆ ਹੋਣਾ ਹੈ। ਏਲੀ ਸ਼ਮੂਏਲ ਨੂੰ ਆਖਿਆ, ਜਾ ਲੰਮਾ ਪੈ ਰਹਿ, ਅਜਿਹਾ ਹੋਵੇਗਾ ਕਿ ਜਾਂ ਉਹ ਤੈਨੂੰ ਸੱਦੇ ਤਾਂ ਤੂੰ ਆਖੀ, ਯਹੋਵਾ ਫਰਮਾ, ਤੇਰਾ ਦਾਸ ਸੁਣਦਾ ਹੈ। ਸ਼ਮੂਏਲ ਆਪਣੇ ਥਾਂ ਤੇ ਲੰਮਾ ਪੈ ਗਿਆ। ਤਦ ਯਹੋਵਾ ਆਣ ਖਲੋਤਾ ਅਤੇ ਅੱਗੇ ਵਾਂਗੂ ਸੱਦਿਆ, ਸ਼ਮੂਏਲ, ਸ਼ਮੂਏਲ। ਤਦ ਸ਼ਮੂਏਲ ਬੋਲਿਆ, ਫਰਮਾ, ਕਿਉਂ ਜੋ ਤੇਰਾ ਦਾਸ ਸੁਣਦਾ ਹੈ। ਅੱਜ ਦਾ ਜੋ ਮੇਰਾ ਵਿਸ਼ਾ ਹੈ, ਸਬਜੈਕਟ ਹੈ ਇਸ ਵਚਨ ਦੇ ਨਾਲ, ਉਹ ਹੈ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ। ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ। ਬਹੁਤ ਸਾਰੇ ਲੋਕ ਅੱਜ ਦੇ ਦਿਨ ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣ ਰਹੇ। ਪਰਮੇਸ਼ਰ ਪਹਿਲਿਆਂ ਸਮਿਆਂ ਦੇ ਵਿੱਚ ਜਦੋਂ ਸ਼ਮੂਏਲ ਦੇ ਸਮੇਂ ਦੀ ਇਹ ਗੱਲ ਕੀਤੀ ਜਾ ਰਹੀ ਹੈ, ਤਾਂ ਉਸ ਵੇਲੇ ਪਰਮੇਸ਼ਰ ਦਾ ਵਚਨ ਬਹੁਤ ਘੱਟ ਅਤੇ ਦੁਰਲਭ ਹੁੰਦਾ ਸੀ ਅਤੇ ਲੋਕਾਂ ਨੂੰ ਮਿਲਦਾ ਸੀ, ਔਰ ਪਰਮੇਸ਼ਰ ਦਾ ਆਤਮਾ ਉਤਰਦਾ ਸੀ ਤੇ ਗੱਲ ਕਰਦਾ ਸੀ। ਔਰ ਇਹ ਗੱਲ ਅਸੀਂ ਜਦੋਂ 3 ਅਧਿਆਏ ਉਸ ਦੀ ਪਹਿਲੀ ਆਇਤ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਪਤਾ ਲੱਗਦੀ ਹੈ। ਉਹ ਮੁੰਡਾ ਸ਼ਮੂਏਲ ਏਲੀ ਦੇ ਸਾਹਮਣੇ ਯਹੋਵਾ ਦੀ ਟਾਇਲ ਕਰਦਾ ਸੀ ਅਤੇ ਉन्हीं ਦਿਨਾਂ ਵਿੱਚ ਯਹੋਵਾ ਦੀ ਬਾਣੀ ਵੱਡੀ ਦੁਰਲਭ ਸੀ, ਕਿਉਂ ਜੋ ਦਰਸ਼ਨ ਘੱਟ ਹੁੰਦਾ ਸੀ। ਪਰਮੇਸ਼ਰ ਦੇ ਬਹੁਤ ਘੱਟ ਲੋਕ ਹੈ ਜਿਹੜੇ ਇਸ ਪਰਮੇਸ਼ਰ ਦੇ ਵਚਨ ਨੂੰ ਸਮਝਦੇ ਅਤੇ ਜਾਣਦੇ ਆ। ਬਹੁਤ ਘੱਟ ਲੋਕਾਂ ਨੂੰ ਪਰਮੇਸ਼ਰ ਦੇ ਵਚਨ ਦਾ ਪ੍ਰਕਾਸ਼ਨ ਹੁੰਦਾ ਹੈ। ਪਰਮੇਸ਼ਰ ਦੀ ਆਵਾਜ਼ ਕਿਸ ਨੂੰ ਸੁਣਾਈ ਦਿੰਦੀ ਹੈ? ਸਭ ਤੋਂ ਵੱਡੀ ਗੱਲ ਇਹ ਹੈ, ਕੌਣ ਪਰਮੇਸ਼ਰ ਦੀ ਆਵਾਜ਼ ਸੁਣ ਸਕਦਾ ਹੈ? ਪਰਮੇਸ਼ਰ ਦੀ ਆਵਾਜ਼ ਉਹ ਸੁਣ ਸਕਦਾ ਹੈ ਜੋ ਪਰਮੇਸ਼ਰ ਦੇ ਵਰਗਾ ਹੈ। ਔਰ ਬਾਈਬਲ ਬਾਣੀ ਦੱਸਦੀ ਹੈ, ਕੋਈ ਵੀ ਪਰਮੇਸ਼ਰ ਦੇ ਸਮਾਨ ਨਹੀਂ, ਕੋਈ ਪਰਮੇਸ਼ਰ ਦੇ ਤੁੱਲ ਨਹੀਂ, ਔਰ ਨਾ ਕੋਈ ਪਰਮੇਸ਼ਰ ਦੀ ਆਵਾਜ਼ ਸੁਣਨ ਦਾ ਤਾਲਬ ਹੈ। ਪਰ ਪਰਮੇਸ਼ਰ ਦੀ ਆਵਾਜ਼ ਉਹਨਾਂ ਤੱਕ ਆਉਂਦੀ ਸੀ ਜੋ ਪਰਮੇਸ਼ਰ ਦੀ ਸੇਵਾ ਸ਼ੁੱਧ ਮਨ ਅਤੇ ਸ਼ੁੱਧ ਵਿਵੇਕ ਦੇ ਨਾਲ ਕਰਦੇ ਸੀ। ਜਦੋਂ ਅਸੀਂ
ਪਰਮੇਸ਼ਵਰ ਦੇ ਬਲੈਸਡ ਵਚਨ ਨੂੰ, ਜੋ ਮਤੀ ਦੀ ਅੰਜੀਲ 5 ਅਧਿਆਏ ਉਸ ਦੀ 8 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਧੰਨ ਉਹ ਜਿਹੜੇ ਸ਼ੁੱਧ ਮਨ ਹਨ, ਕਿਉਂ ਜੋ ਪਰਮੇਸ਼ਵਰ ਨੂੰ ਵੇਖਣਗੇ ਅਤੇ ਉਹਦੀ ਆਵਾਜ਼ ਨੂੰ ਸੁਣਨਗੇ। 5:8 ਸਾਨੂੰ ਪਰਮੇਸ਼ਵਰ ਦੀ ਆਵਾਜ਼ ਸੁਣਨ ਦੇ ਲਈ, ਪਰਮੇਸ਼ਵਰ ਦਾ ਦੀਦਾਰ ਕਰਨ ਦੇ ਲਈ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਸ਼ੁੱਧ ਮਨ ਹੋਣਾ ਪਏਗਾ। ਔਰ ਮੈਂ ਇਹ ਸਮਝਦਾ ਹਾਂ ਕਿ ਇਸਰਾਇਲੀ ਰਵਾਇਤ ਦੇ ਅਨੁਸਾਰ ਸ਼ੈਮੂਅਲ ਨੂੰ ਸ਼ੁੱਧ ਕੀਤਾ ਗਿਆ। ਜਿਸ ਤਰ੍ਹਾਂ ਯਿਸੂ ਮਸੀਹ ਨੂੰ ਮੰਦਰ ਦੇ ਵਿੱਚ ਲਿਜਾ ਕੇ ਸ਼ੁੱਧ ਕੀਤਾ ਗਿਆ, ਉਸੇ ਤਰ੍ਹਾਂ ਉਸ ਦਾ ਵੀ ਸ਼ੁੱਧੀਕਰਨ ਕੀਤਾ ਗਿਆ, ਜਿਸ ਦੇ ਨਾਲ ਉਹ ਪਰਮੇਸ਼ਵਰ ਦੇ ਮੰਦਰ ਦੇ ਵਿੱਚ ਸਮਰਪਿਤ ਸੀ ਅਤੇ ਉਸ ਦੇ ਸ਼ੁੱਧ ਵਿਵੇਕ ਅਤੇ ਉਸ ਦੀ ਸ਼ੁੱਧ ਮਨ ਦੀ ਪਵਿੱਤਰਤਾ ਦੇ ਨਾਲ ਪਰਮੇਸ਼ਵਰ ਦੀ ਆਵਾਜ਼ ਨੂੰ ਸ਼ੈਮੂਅਲ ਨੇ ਸੁਣਿਆ, ਜਦ ਕਿ ਐਲੀ ਨਹੀਂ ਸੁਣ ਸਕਿਆ। ਕਾਰਨ ਇੱਥੇ ਬੜਾ ਸਾਫ਼ ਪ੍ਰਗਟ ਹੈ। ਜੇ ਅਸੀਂ ਅੱਗੇ ਜਾ ਕੇ ਇਸੇ ਕਿਤਾਬ ਦੇ 8 ਅਧਿਆਇਆਂ ਨੂੰ ਪੜ੍ਹੀਏ ਤਾਂ ਸ਼ੈਮੂਅਲ ਦਾ ਜੋ ਮੰਦਰ ਦੇ ਵਿੱਚ ਪਹਿਲਾਂ ਸੇਵਾ ਕਰਨ ਵਾਲਾ ਨਬੀ ਸੀ ਐਲੀ, ਉਹ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਉਸ ਦੇ ਪਰਿਵਾਰ ਦਾ, ਉਸ ਦੇ ਬੱਚੇ ਦਾ ਜੀਵਨ ਨਹੀਂ ਸੀ। ਇਸ ਲਈ ਉਸ ਨੂੰ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਔਰ ਇਸ ਲਈ ਪਰਮੇਸ਼ਵਰ ਉਸ ਦੇ ਨਾਲ ਵਾਰਤਾਲਾਪ ਨਹੀਂ ਕਰ ਰਿਹਾ ਸੀ। ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ, ਜਿਹੜਾ ਪੁਰਖ ਯਹੋਵਾ ਦਾ ਭੈ ਮੰਨਦਾ ਹੈ ਉਹ ਸਿਯੋਨ ਤੋਂ ਅਜਿਹੀ ਬਰਕਤ ਪ੍ਰਾਪਤ ਕਰੇਗਾ। ਸਿਯੋਨ ਤੋਂ, ਇਹਦਾ ਮਤਲਬ ਜਿਹੜਾ ਪਰਮੇਸ਼ਵਰ ਦਾ ਭੈ ਮੰਨਦਾ ਹੈ। ਭੈ ਮੰਨਣ ਦਾ ਅਰਥ ਕੀ ਹੈ? ਭੈ ਮੰਨਣ ਦਾ ਅਰਥ ਹੈ ਪਰਮੇਸ਼ਵਰ ਦੇ ਅਧੀਨ ਹੋਣਾ। ਭੈ ਮੰਨਣ ਦਾ ਅਰਥ ਹੈ ਪਰਮੇਸ਼ਵਰ ਦੀ ਆਗਿਆ ਦਾ ਪਾਲਨ ਕਰਨਾ। ਭੈ ਮੰਨਣ ਦਾ ਅਰਥ ਕੀ ਹੈ? ਪਰਮੇਸ਼ਵਰ ਦੀ ਪਵਿੱਤਰਤਾ ਦੇ ਵਿੱਚ ਬਣੇ ਰਹਿਣਾ। ਭੈ ਮੰਨਣ ਦਾ ਅਰਥ ਹੈ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਕੇ ਉਸ ਦੇ ਪਿੱਛੇ ਚੱਲਣਾ। ਇਹ ਗੱਲ ਅਸੀਂ ਦੇਖਦੇ ਹਾਂ ਸ਼ੈਮੂਅਲ ਦੇ ਜੀਵਨ ਦੇ ਵਿੱਚ ਸੀ। ਔਰ ਜਦੋਂ ਇਹ ਗੱਲ ਸ਼ੈਮੂਅਲ ਦੇ ਵਿੱਚ ਸੀ, ਉਹ ਬਚਪਨ ਤੋਂ ਹੀ ਪਰਮੇਸ਼ਵਰ ਦੇ ਘਰ ਦੇ ਲਈ ਸਮਰਪਿਤ ਕੀਤਾ ਗਿਆ ਸੀ ਔਰ ਬਚਪਨ ਤੋਂ ਹੀ ਉਸ ਦੀ ਮਾਂ ਨੇ ਪਰਮੇਸ਼ਵਰ ਨੂੰ ਸੌਂਪ ਦਿੱਤਾ ਸੀ। ਅੱਜ ਅਸੀਂ ਬਹੁਤ ਸਾਰੇ ਪੇਰੈਂਟਸ ਨੇ, ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਘੱਟ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਪ੍ਰਤੀ ਡੈਡੀਕੇਟਡ ਕਰਦੇ ਨੇ। ਜਦੋਂ ਬੱਚਾ ਉਹਨਾਂ ਦੇ ਜਨਮ ਹੋ ਜਾਂਦਾ ਹੈ ਤਾਂ ਬੜੀਆਂ ਖੁਸ਼ੀਆਂ ਮਨਾਉਂਦੇ ਨੇ, ਬਹੁਤ ਕੁਝ ਕਰਦੇ ਨੇ, ਲੇਕਿਨ ਪਰਮੇਸ਼ਵਰ ਦੇ ਅੱਗੇ ਉਸ ਦਾ ਡੈਡੀਕੇਸ਼ਨ ਭਾਵ ਸਮਰਪਣ ਦੀ ਵਿਧੀ ਉਹ ਨਹੀਂ ਕਰਦੇ, ਜਿਸ ਦੇ ਕਾਰਨ ਨਾ ਤਾਂ ਉਸ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ, ਨਾ ਉਸ ਦੇ ਉੱਤੇ ਪਰਮੇਸ਼ਵਰ ਦਾ ਪ੍ਰਕਾਸ਼ਨ ਹੁੰਦਾ ਹੈ, ਨਾ ਪਰਮੇਸ਼ਵਰ ਦੀ ਆਵਾਜ਼ ਉਸ ਨੂੰ ਸੁਣਾਈ ਦਿੰਦੀ ਹੈ। ਉਹ ਫਿਰ ਕਿਸ ਦੀ ਆਵਾਜ਼ ਸੁਣਦਾ ਹੈ? ਸੰਸਾਰ ਦੀ, ਆਪਣੇ ਮਾਤਾ ਪਿਤਾ ਦੀ, ਜਿਹੜੇ ਸੰਸਾਰਿਕ ਰੀਤੀ ਨਾਲ ਜੀਵਨ ਬਤੀਤ ਕਰ ਰਹੇ ਨੇ। ਪਰਮੇਸ਼ਵਰ ਨੇ ਸਾਨੂੰ ਸੰਤਾਨ ਦਿੱਤੀ ਹੈ। ਜੇ ਸੰਤਾਨ ਦਿੱਤੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਉਸ ਦਾ ਡੈਡੀਕੇਸ਼ਨ, ਉਸ ਦਾ ਸਮਰਪਣ ਪਰਮੇਸ਼ਵਰ ਦੇ ਅੱਗੇ ਕਰੀਏ। ਇਹ ਜ਼ਰੂਰੀ ਹੈ। ਜਿਸ ਦਾ ਵੀ ਬੱਚਾ ਹੈ, ਜੋ ਵੀ ਇਸ ਬੱਚੇ ਨੂੰ, ਜਿਸ ਨੂੰ ਪਰਮੇਸ਼ਵਰ ਨੇ ਬੱਚਾ ਦਿੱਤਾ ਹੈ, ਜ਼ਰੂਰੀ ਹੈ ਕਿ ਉਸ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਡੈਡੀਕੇਸ਼ਨ ਹੋਣਾ ਚਾਹੀਦਾ। ਔਰ ਇਹ ਗੱਲ ਸ਼ੈਮੂਅਲ ਦੇ ਜੀਵਨ ਦੇ ਵਿੱਚ ਹੋਈ। ਔਰ ਜਦੋਂ ਸ਼ੈਮੂਅਲ ਦੇ ਜੀਵਨ ਦੇ ਵਿੱਚ ਹੋਈ ਹੈ ਤਾਂ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ 7 ਅਤੇ 9 ਅਤੇ 10 ਆਇਤ ਪੜ੍ਹਦੇ ਹਾਂ, ਤਦ ਐਲੀ ਨੇ ਸ਼ੈਮੂਅਲ ਨੂੰ ਆਖਿਆ, ਜਾ ਲੰਮਾ ਪੈ ਰਹਿ ਅਤੇ ਅਜਿਹਾ ਹੋਵੇਗਾ ਜਾਂ ਉਹ ਤੈਨੂੰ ਸੱਦੇ ਤਾਂ ਤੂੰ ਆਖੀ, ਯਹੋਵਾ ਫਰਮਾ ਤੇਰਾ ਦਾਸ ਸੁਣਦਾ ਹੈ। ਇੱਕ ਅੱਛਾ ਸਿੱਖਿਅਕ ਜਿਹੜਾ ਹੈ, ਇੱਕ ਅੱਛਾ ਟੀਚਰ ਜਿਹੜਾ ਹੈ, ਉਹ ਆਪਣੇ ਕਲੀਸਿਆ ਨੂੰ, ਆਪਣੀ ਕਲੀਸਿਆ ਦੇ ਲੋਕਾਂ ਨੂੰ ਇੱਕ ਅੱਛਾ ਗਿਆਨ ਦਿੰਦਾ ਹੈ ਕਿ ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ। ਬਹੁਤ ਘੱਟ ਕਲੀਸਿਆ ਦੇ ਵਿੱਚ ਅਜਿਹੇ ਲੋਕ ਹੈ ਜਿਹੜੇ ਪਰਮੇਸ਼ਵਰ ਦੀ ਬਾਣੀ ਨੂੰ
ਪਰਮੇਸ਼ਰ ਦੇ ਵਚਨ ਨੂੰ ਬੋਝ ਦੇ ਨਾਲ ਸਿਖਾਉਂਦੇ ਹੋਣਗੇ। ਜੇ ਉਹ ਪਰਮੇਸ਼ਰ ਦੇ ਵਚਨ ਨੂੰ ਬੋਝ ਦੇ ਨਾਲ ਸਿਖਾਣ ਤਾਂ ਸੱਚਮੁੱਚ ਉਹ ਪਰਮੇਸ਼ਰ ਦੀ ਬਾਣੀ ਦੀ ਆਵਾਜ਼ ਸੁਣਨਗੇ ਅਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਚਾਹੁੰਦਾ ਕੀ ਹੈ। ਅੱਜ ਬਹੁਤ ਘੱਟ ਟੀਚਰ ਹੈ, ਬਹੁਤ ਘੱਟ ਪਰਮੇਸ਼ਰ ਦੇ ਸੇਵਕ ਲੋਕ ਹੈ ਜਿਹੜੇ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੀ ਬਾਣੀ ਨੂੰ ਸਿਖਾਉਂਦੇ ਹੋਣ ਕਿ ਪਰਮੇਸ਼ਰ ਫਰਮਾ ਤੇਰਾ ਦਾਸ ਸੁਣਦਾ ਹੈ। ਇਸ ਦੇ ਵਿੱਚ ਅਧੀਨਤਾ ਵੀ ਆ ਰਹੀ ਹੈ, ਇਸ ਦੇ ਵਿੱਚ ਪਵਿੱਤਰਤਾ ਵੀ ਆ ਰਹੀ ਹੈ, ਇਸ ਦੇ ਵਿੱਚ ਆਗਿਆਕਾਰੀਤਾ ਵੀ ਆ ਰਹੀ ਹੈ, ਇਸ ਦੇ ਵਿੱਚ ਪ੍ਰੇਮ ਵੀ ਆ ਰਿਹਾ, ਇਸ ਦੇ ਵਿੱਚ ਪਰਮੇਸ਼ਰ ਦੀ ਜੀਵਨ ਦੇ ਨਾਲ ਸੁਭਾਅ ਦੇ ਨਾਲ ਜੁੜੀ ਹੋਈ ਪਰਮੇਸ਼ਰ ਦੀ ਭੈ ਦੀ ਗੱਲ ਵੀ ਆ ਰਹੀ। ਇਹ 5 ਗੱਲਾਂ ਮੈਂ ਸਮਝਦਾ ਹਾਂ ਕਿ ਸ਼ੈਮੂਅਲ ਦੇ ਜੀਵਨ ਦੇ ਵਿੱਚ ਉਸ ਵੇਲੇ ਜਦੋਂ ਐਲੀ ਨੇ ਇਹ ਚੀਜ਼ਾਂ ਉਸ ਨੂੰ ਸਿਖਾਈਆਂ ਔਰ ਸ਼ੈਮੂਅਲ ਨੇ ਉਸ ਦੇ ਅਨੁਸਾਰ ਆਪਣੇ ਜੀਵਨ ਦੇ ਵਿੱਚ ਕੀਤਾ, ਤਦ ਪਰਮੇਸ਼ਰ ਨੇ ਉਸ ਨੂੰ ਆਪਣਾ ਭੇਤ ਉਸ ਦੇ ਉੱਤੇ ਖੋਲ ਦਿੱਤਾ ਕਿ ਉਹ ਉਸ ਦੇ ਜੀਵਨ ਦੇ ਵਿੱਚ ਕੀ ਚਾਹੁੰਦਾ ਹੈ। ਅਸੀਂ ਜਦੋਂ ਪਰਮੇਸ਼ਰ ਦੇ ਵਚਨ ਦੇ ਨੇੜੇ ਆਈਏ, ਜਦੋਂ ਸਾਨੂੰ ਕੋਈ ਪਰਮੇਸ਼ਰ ਦਾ ਦਾਸ ਸਿਖਾਵੇ, ਜਦੋਂ ਪਰਮੇਸ਼ਰ ਦਾ ਦਾਸ ਸਾਨੂੰ ਕੋਈ ਬਾਣੀ ਦੇਵੇ ਤਾਂ ਉਸ ਨੂੰ ਗੰਭੀਰਤਾਈ ਦੇ ਨਾਲ ਸੁਣਨਾ ਚਾਹੀਦਾ ਹੈ। ਔਰ ਇੱਥੇ ਸ਼ੈਮੂਅਲ ਨੇ ਬੜੇ ਗੰਭੀਰ ਹੋ ਕੇ ਪਰਮੇਸ਼ਰ ਦੀ ਆਵਾਜ਼ ਸੁਣੀ, ਕਿਸੇ ਹੋਰ ਨੂੰ ਨਹੀਂ ਸੁਣਾਈ ਦਿੱਤੀ। ਕਿਹਨੂੰ ਸੁਣਾਈ ਦਿੱਤੀ? ਸ਼ੈਮੂਅਲ ਪਰਮੇਸ਼ਰ ਦੀ ਆਵਾਜ਼ ਨੂੰ ਕਿਉਂ ਸੁਣ ਸਕਿਆ? ਕਿਉਂਕਿ ਉਹ ਪਰਮੇਸ਼ਰ ਦੇ ਪ੍ਰਤੀ ਅਣਖੀ ਸੀ। ਉਹ ਪਰਮੇਸ਼ਰ ਦੇ ਵਚਨ ਦੇ ਨਾਲ ਚੱਲਣ ਵਾਲਾ, ਪਰਮੇਸ਼ਰ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਸੀ। ਅਬਰਾਹਮ ਨੂੰ ਪਰਮੇਸ਼ਰ ਦੀ ਆਵਾਜ਼ ਕਿਉਂ ਸੁਣਾਈ ਦਿੱਤੀ? ਅਬਰਾਹਮ ਨੇ ਪਰਮੇਸ਼ਰ ਦੇ ਵਚਨ ਦਾ ਸਤਿਕਾਰ ਕੀਤਾ, ਅਬਰਾਹਮ ਪਰਮੇਸ਼ਰ ਦਾ ਭੈ ਮੰਨਦਾ ਔਰ ਅਬਰਾਹਮ ਨੇ ਪਰਮੇਸ਼ਰ ਦੇ ਆਗਿਆ ਦਾ ਪਾਲਨ ਕਰਕੇ ਆਪਣੇ ਜੀਵਨ ਦੇ ਵਿੱਚ ਬਰਕਤ ਪ੍ਰਾਪਤ ਕੀਤੀ। ਪਰਮੇਸ਼ਰ ਦੀ ਆਵਾਜ਼ ਉਹਨੂੰ ਸੁਣਾਈ ਦਿੰਦੀ ਹੈ ਜਿਹੜਾ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕਰਦਾ ਹੈ। ਪਰਮੇਸ਼ਰ ਦੀ ਆਵਾਜ਼ ਉਸ ਨੂੰ ਸੁਣਾਈ ਦਿੰਦੀ ਹੈ ਜਿਹੜਾ ਪਰਮੇਸ਼ਰ ਦੇ ਨਾਲ ਆਪਣੇ ਆਪ ਨੂੰ ਪਵਿੱਤਰ ਰੱਖਦਾ ਹੈ। ਪਰਮੇਸ਼ਰ ਦੀ ਆਵਾਜ਼ ਉਸ ਨੂੰ ਸੁਣਾਈ ਦਿੰਦੀ ਹੈ ਜਿਹੜਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ। ਪਰਮੇਸ਼ਰ ਦੀ ਆਵਾਜ਼ ਉਹਨੂੰ ਸੁਣਾਈ ਦਿੰਦੀ ਹੈ ਜਿਹੜਾ ਪਰਮੇਸ਼ਰ ਦੇ ਭੈ ਦੇ ਨਾਲ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਵਚਨ ਦੀ ਆਗਿਆਕਾਰੀਤਾ ਦੇ ਵਿੱਚ ਰੱਖਦਾ ਹੈ। ਪਰਮੇਸ਼ਰ ਚਾਹੁੰਦਾ ਹੈ ਤੁਸੀਂ ਉਸ ਦੇ ਜੀਵਨ ਨੂੰ ਆਪਣੇ ਜੀਵਨ ਵਿੱਚ ਵਧਣ ਦਿਓ ਤਾਂ ਕਿ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕੋ। ਪਰਮੇਸ਼ਰ ਦੀ ਆਵਾਜ਼ ਨੂੰ ਬਹੁਤ ਸਾਰੇ ਭਗਤਾਂ ਨੇ ਸੁਣਿਆ ਹੈ, ਪਰ ਉਹਨਾਂ ਨੇ ਜਿਨ੍ਹਾਂ ਨੇ ਆਵਾਜ਼ ਪਰਮੇਸ਼ਰ ਦੀ ਸੁਣੀ ਹੈ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕੀਤਾ ਹੈ। ਇਹ ਆਵਾਜ਼ ਅੱਜ ਵੀ ਸਾਡੇ ਜੀਵਨ ਦੇ ਵਿੱਚ ਸਾਨੂੰ ਸੁਣਦੀ ਹੈ ਔਰ ਉਹਨਾਂ ਨੂੰ ਸੁਣਦੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕੀਤਾ ਹੋਇਆ ਹੈ। ਉਹਨਾਂ ਨੂੰ ਸੁਣਾਈ ਨਹੀਂ ਦਿੰਦੀ ਜਿਹੜੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਤਾਂ ਹੈ ਪਰ ਉਸ ਦੇ ਅਨੁਸਾਰ ਚੱਲਦੇ ਨਹੀਂ। ਬਾਈਬਲ ਦੇ ਵਿੱਚ ਲਿਖਿਆ ਹੈ ਤੁਸੀਂ ਬੋਲਣ ਵਾਲੇ ਨਹੀਂ, ਤੁਸੀਂ ਚੱਲਣ ਵਾਲੇ ਨਹੀਂ, ਤੁਸੀਂ ਪਰਮੇਸ਼ਰ ਦਾ ਉਪਹਾਸ ਉਡਾਉਣ ਵਾਲੇ ਹੋ। ਕਿਉਂ? ਮੈਂ ਆਪ ਦੇ ਨਾਲ ਯਾਕੂਬ ਦੀ ਪੁਸਤਕ ਉਸਦਾ ਨਵੇਂ ਨੇਮ ਦੇ ਵਿੱਚ 3 ਅਧਿਆਏ ਦੇ ਉੱਤੇ ਗੱਲ ਕਰਾਂਗਾ। ਯਾਕੂਬ ਦੀ ਪੁਸਤਕ 3 ਅਧਿਆਏ ਇਸ ਦੇ ਵਿੱਚ ਲਿਖਿਆ ਹੈ ਉਸੇ ਨਾਲ ਅਸੀਂ ਪ੍ਰਭੂ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਦੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ਰ ਦੇ ਸਰੂਪ ਬਣਾਏ ਗਏ ਹਨ ਫਟਕਾਰ ਦਿੰਦੇ ਹਾਂ। ਇੱਕੋ ਮੂੰਹ ਵਿੱਚ ਬਰਕਤ ਅਤੇ ਫਟਕਾਰ ਨਿਕਲਦੀ ਹੈ। ਹੇ ਮੇਰੇ ਭਰਾਵੋ, ਇਹ ਗੱਲਾਂ ਐਉਂ ਨਹੀਂ ਹੋਣੀਆਂ ਚਾਹੀਦੀਆਂ ਹਨ। ਇਹਦਾ ਮਤਲਬ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਸੁਣ ਰਹੇ ਹਾਂ,
ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਪਰਮੇਸ਼ਵਰ ਦੇ ਵਚਨ ਦੇ ਉੱਤੇ ਧਿਆਨ ਦੇ ਰਹੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਅਸੀਂ ਚੱਲ ਕਿੱਦਾਂ ਰਹੇ ਹਾਂ, ਸਵਾਲ ਇਹ ਹੈ। ਬਾਈਬਲ ਦੇ ਵਿੱਚ ਪੌਲਸ ਰਸੂਲ ਕੁਰੰਥ ਨੂੰ ਕਹਿੰਦਾ ਹੈ ਕਿ ਅਸੀਂ ਮਸੀਹ ਦੀ ਅੰਜੀਲ ਹਾਂ, ਪੱਤਰੀ ਹਾਂ। ਕਿ ਅਸੀਂ ਹੈ? ਜੇ ਅਸੀਂ ਪੱਤਰੀ ਹਾਂ ਤਾਂ ਉਸ ਪੱਤਰੀ ਦੇ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ। ਪਰਮੇਸ਼ਵਰ ਅੱਜ ਵੀ ਸਾਡੇ ਨਾਲ ਗੱਲਾਂ ਕਰ ਰਿਹਾ ਹੈ, ਪਰ ਕੀ ਅਸੀਂ ਉਸ ਦੇ ਨਾਲ ਗੱਲਾਂ ਕਰ ਰਹੇ ਹਾਂ? ਸਾਡੇ ਵਿੱਚ ਪਰਮੇਸ਼ਵਰ ਦਾ ਵਚਨ ਇਬਰਾਨੀਆਂ ਦਾ ਲਿਖਣ ਵਾਲਾ ਕੀ ਦੱਸ ਰਿਹਾ ਹੈ? ਮੈਂ ਆਪ ਦੇ ਨਾਲ ਪੜ੍ਹ ਰਿਹਾ ਹਾਂ। 1 ਅਧਿਆਏ ਉਸ ਦੀ 1 ਅਤੇ 2 ਆਇਤਾਂ ਦੇ ਵਿੱਚ ਲਿਖਿਆ ਹੈ, ਪਰਮੇਸ਼ਵਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ, ਇਹਨਾਂ ਦਿਨਾਂ ਦੇ ਅੰਤ ਵਿੱਚ ਉਹ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਜਿਹਨੂੰ ਉਹਨੇ ਸਭਨਾ ਵਸਤਾਂ ਦਾ ਵਾਰਿਸ ਬਣਾਇਆ ਅਤੇ ਉਸੇ ਦੇ ਵਸੀਲੇ ਜਹਾਨ ਵੀ ਰਚੇ। ਇਹਦਾ ਮਤਲਬ ਅੱਜ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਆਪਣੇ ਪਵਿੱਤਰ ਵਚਨ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਗੱਲ ਕਰ ਰਿਹਾ ਹੈ। ਉਸ ਦੀ ਬਾਣੀ ਸਾਡੇ ਨਾਲ ਬੋਲ ਰਹੀ ਹੈ। ਕੀ ਅਸੀਂ ਉਸ ਬਾਣੀ ਨੂੰ ਸੁਣ ਰਹੇ ਹਾਂ? ਜਦੋਂ ਐਤਵਾਰ ਦਾ ਦਿਨ ਆਉਂਦਾ ਹੈ, ਅਸੀਂ ਕੋਈ ਨਾ ਕੋਈ ਆਪਣਾ ਕੰਮ ਧੰਦਾ ਕੱਢ ਲੈਂਦੇ ਹਾਂ ਅਤੇ ਕਿਸੇ ਵਿਆਹ ਦੇ ਵਿੱਚ ਚਲੇ ਜਾਂਦੇ ਹਾਂ, ਜਾਂ ਕੋਈ ਪਿਕਨਿਕ ਦਾ ਪ੍ਰੋਗਰਾਮ ਬਣਾ ਲੈਂਦੇ ਹਾਂ, ਜਾਂ ਅਸੀਂ ਕਿਸੇ ਜਗ੍ਹਾ ਦੇ ਉੱਤੇ ਜਾਣ ਦਾ ਪ੍ਰੋਗਰਾਮ। ਨਹੀਂ, ਅੱਜ ਮੈਨੂੰ ਆਪਣਾ ਸਮਾਂ ਮਿਲਿਆ, ਅੱਜ ਛੁੱਟੀ ਹੈ, ਮੈਂ ਆਪਣੇ ਰਿਸ਼ਤੇਦਾਰ ਦੇ ਜਾਣਾ ਹੈ, ਮੈਂ ਆਪਣੇ ਦੋਸਤ ਦੇ ਕੋਲ ਜਾਣਾ ਹੈ, ਮੈਂ ਆਪਣੀ ਭੈਣ ਦੇ ਕੋਲ ਜਾਣਾ, ਮੈਂ ਆਪਣੇ ਭਰਾ ਕੋਲ ਜਾਣਾ, ਆਪਣੀ ਮਾਂ ਕੋਲ ਜਾਣਾ ਹੈ। ਪਿਆਰੋ, ਬਾਈਬਲ ਦੇ ਵਿੱਚ ਲਿਖਿਆ ਹੈ, ਸਾਡਾ ਪ੍ਰਭੂ ਸਬਤ ਦਾ ਪ੍ਰਭੂ ਹੈ। ਸਾਡਾ ਪ੍ਰਭੂ ਹਰ ਦਿਨ ਦਾ ਪ੍ਰਭੂ ਹੈ। ਉਹ ਇੱਕ ਦਿਨ ਅਜਿਹਾ ਹੈ ਜਿਸ ਵਿੱਚ ਉਹ ਆਪਣਾ ਹਿੱਸਾ ਸਾਡੇ ਕੋਲੋਂ ਲੈਣਾ ਚਾਹੁੰਦਾ ਹੈ। ਆਰਾਧਨਾ ਦਾ ਮੀਨਿੰਗ ਇਹ ਹੈ ਪਰਮੇਸ਼ਵਰ ਨੂੰ ਦੇਣਾ, ਲੈਣਾ ਨਹੀਂ। ਇੱਕ ਦਿਨ ਉਹ ਦੇਣ ਦਾ, ਉਹ ਵੀ ਕੁਝ ਨਹੀਂ ਲੈ ਰਿਹਾ। ਉਹ ਕੀ ਮੰਗ ਰਿਹਾ? ਸਿਰਫ ਧੰਨਵਾਦ, ਪਰਮੇਸ਼ਵਰ ਦੇ ਕੀਤੇ ਹੋਏ ਉਪਕਾਰਾਂ ਦਾ ਧੰਨਵਾਦ। ਪਰ ਉਹ ਦਿਨ ਵੀ ਅਸੀਂ ਜੋ ਪਰਮੇਸ਼ਵਰ ਦੀ ਆਵਾਜ਼ ਦਾ ਹੈ, ਪਰਮੇਸ਼ਵਰ ਦੀ ਮਹਿਮਾ ਦਾ ਹੈ, ਉਹ ਅਸੀਂ ਉਸ ਨੂੰ ਨਹੀਂ ਦੇ ਰਹੇ। ਉਹ ਅਸੀਂ ਆਪਣੇ ਸਕੇ ਸੰਬੰਧੀਆਂ ਨੂੰ, ਆਪਣੇ ਐਸ਼ੋ ਆਰਾਮ ਨੂੰ ਦੇ ਰਹੇ ਹਾਂ। ਕਿਸ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਪਰਮੇਸ਼ਵਰ ਦੀ ਆਸ਼ੀਸ਼, ਅਸੀਂ ਚਾਹੁੰਦੇ ਹਾਂ ਪਰਮੇਸ਼ਵਰ ਦੀ ਬਰਕਤ ਸਾਨੂੰ ਹਰ ਸਮੇਂ ਮਿਲੇ, ਪਰਮੇਸ਼ਵਰ ਹਰ ਸਮੇਂ ਸਾਨੂੰ ਬਰਕਤ ਦੇ ਨਾਲ ਭਰ ਦੇਵੇ। ਕਿੱਦਾਂ ਮਿਲੇਗੀ? ਪਰਮੇਸ਼ਵਰ ਦੀ ਆਵਾਜ਼ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ, ਪਰਮੇਸ਼ਵਰ ਦੀ ਆਵਾਜ਼ ਦੇ ਅਨੁਸਾਰ ਚੱਲਣਾ ਨਹੀਂ ਚਾਹੁੰਦੇ, ਪਰਮੇਸ਼ਵਰ ਦੀ ਆਵਾਜ਼ ਦੇ ਅਨੁਸਾਰ ਵਰਤਣਾ ਨਹੀਂ ਚਾਹੁੰਦੇ, ਪਰਮੇਸ਼ਵਰ ਦੀ ਆਵਾਜ਼ ਦੇ ਅਨੁਸਾਰ ਅਸੀਂ ਆਪਣਾ ਜੀਵਨ ਦੇਣਾ ਨਹੀਂ ਚਾਹੁੰਦੇ। ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਉਹ ਆਤਮਿਕ ਅਨੰਤ ਜੀਵਨ ਦੀ ਆਸ਼ੀਸ਼ ਨੂੰ ਪ੍ਰਾਪਤ ਕਰ ਸਕਦੇ ਹਾਂ? ਸ਼ਾਮੂਲ ਨੇ ਤਾਂ ਪ੍ਰਾਪਤ ਕਰ ਲਈ ਕਿਉਂਕਿ ਉਸਦੇ ਟੀਚਰ ਨੇ ਉਸਨੂੰ ਸਿਖਾਇਆ ਔਰ ਉਸਨੇ ਸਿੱਖਿਆ ਅਤੇ ਉਸਦੇ ਅਨੁਸਾਰ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਉਸਨੇ ਆਪਣੇ ਜੀਵਨ ਨੂੰ ਸਮਰਪਿਤ ਕਰਕੇ ਪਰਮੇਸ਼ਵਰ ਦੇ ਭੇਤਾਂ ਨੂੰ ਜਾਣ ਲਿਆ। ਕਿ ਅਸੀਂ ਇਸ ਤਰ੍ਹਾਂ ਕਰਦੇ ਹਾਂ? ਸਾਨੂੰ ਸਾਡੇ ਪ੍ਰਚਾਰਕ, ਸਾਡੇ ਟੀਚਰ ਇੰਨੇ ਅੱਛੇ ਤਰੀਕੇ ਦੇ ਨਾਲ ਸਾਨੂੰ ਸਿਖਾ ਰਹੇ ਆ ਕਿ ਵਚਨ ਨੂੰ ਇਸ ਤਰ੍ਹਾਂ ਪੜ੍ਹਨਾ ਹੈ, ਵਚਨ ਦੇ ਨਾਲ ਇਸ ਤਰ੍ਹਾਂ ਚੱਲਣਾ ਹੈ, ਹਰ ਇੱਕ ਦੇ ਨਾਲ ਪਿਆਰ ਕਰਨਾ ਹੈ, ਹਰ ਇੱਕ ਦੇ ਨਾਲ ਸ਼ਾਂਤੀ ਨਾਲ ਰਹਿਣਾ ਹੈ, ਕਿਸੇ ਪ੍ਰਕਾਰ ਦਾ ਝਗੜਾ ਸਾਨੂੰ ਨਹੀਂ ਕਰਨਾ ਚਾਹੀਦਾ। ਮੈਂ ਪੁੱਛ ਰਿਹਾ ਸੀ ਕਲੀਸਿਆ ਦੇ ਵਿੱਚ ਗੁੱਸਾ ਕਿਸ ਨੂੰ ਆਉਂਦਾ ਹੈ? ਹਰ ਇੱਕ ਨੇ ਕਿਹਾ ਸਾਨੂੰ ਆਉਂਦਾ। ਪਰ ਗੁੱਸਾ ਕਿਸ ਨੂੰ ਨਹੀਂ ਆਉਂਦਾ? ਜਿਹੜਾ ਪਰਮੇਸ਼ਵਰ ਦੀ ਬਾਣੀ ਦੇ ਅਨੁਸਾਰ ਚੱਲਦਾ। ਕਿਉਂਕਿ ਪਰਮੇਸ਼ਵਰ ਦੀ ਬਾਣੀ ਸਾਡੇ ਅੰਤःਕਰਣ ਦੇ ਕ੍ਰੋਧ ਨੂੰ ਖਤਮ ਕਰ ਦਿੰਦੀ ਹੈ ਔਰ ਪਰਮੇਸ਼ਵਰ ਦੇ ਸੁਭਾਅ ਦੇ ਨਾਲ ਸਾਡੇ ਵਿੱਚ ਪ੍ਰੇਮ ਨੂੰ ਪ੍ਰਗਟ ਕਰ ਦਿੰਦੀ ਹੈ। ਅਤੇ ਭਾਵੇਂ ਉਹ ਕਿੰਨਾ ਵੀ ਉਹਨੂੰ ਮਾਰਿਆ ਜਾਵੇ, ਕਿੰਨਾ ਵੀ ਸਤਾਇਆ ਜਾਵੇ, ਤਾਂ ਵੀ ਉਸਦੇ ਮੂੰਹ ਦੇ ਵਿੱਚੋਂ ਇਹੀ ਆਵਾਜ਼ ਨਿਕਲਦੀ ਹੈ, ਹੇ ਪਿਤਾ ਇਹਨਾਂ ਨੂੰ ਮਾਫ ਕਰ। ਇਹ ਪਰਮੇਸ਼ਵਰ ਦੀ ਆਵਾਜ਼ ਹੈ। ਅਸੀਂ ਪਰਮੇਸ਼ਵਰ ਦੀ ਉਸ ਆਵਾਜ਼ ਨੂੰ ਨਹੀਂ ਸੁਣਦੇ, ਅਸੀਂ ਕਿਹਦੀ ਆਵਾਜ਼ ਨੂੰ ਸੁਣਦੇ ਹਾਂ? ਸ਼ਤਰੂ ਨੂੰ, ਜਿਹੜਾ ਇੱਥੇ ਬੈਠਾ ਹੈ, ਤੈਨੂੰ ਏਦਾਂ ਕਿਹਾ, ਤੈਨੂੰ ਇਸ ਤਰ੍ਹਾਂ ਕੀਤਾ, ਲੈ ਹੁਣ ਦੇਖ ਨਜ਼ਾਰੇ,
ਹੁਣ ਦੇਖ ਫਿਰ ਕੀ ਹੁੰਦਾ। ਅਸੀਂ ਆਪ ਪਰਮੇਸ਼ਰ ਬਣ ਜਾਂਦੇ ਆ, ਆਪਣੇ ਸਕੇ ਸੰਬੰਧੀਆਂ ਨੂੰ, ਆਪਣੇ ਮਸੀਹੀ ਭਾਈ ਭੈਣਾਂ ਨੂੰ, ਆਪਣੇ ਲੋਕਾਂ ਨੂੰ ਅਸੀਂ ਫਿਟਕਾਰਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ। ਸਾਨੂੰ ਪਰਮੇਸ਼ਰ ਨੇ ਫਿਟਕਾਰ ਦੇਣ ਵਾਲਾ ਨਹੀਂ, ਆਸ਼ੀਸ਼ ਦੇਣ ਵਾਲਾ ਬਣਾਇਆ ਹੈ, ਆਸ਼ੀਸ਼ ਦੇਣ ਵਾਲਾ। ਤੇ ਅਸੀਂ ਆਸ਼ੀਸ਼ ਦੇ ਕਿੱਥੇ ਰਹੇ? ਅਸੀਂ ਬਰਕਤ ਦੇ ਕਿੱਥੇ ਰਹੇ? ਅਸੀਂ ਬੁਰਾ ਭਲਾ ਕਹਿਣ ਨੂੰ ਕਦੇ ਝਿਜਕਦੇ ਨਹੀਂ। ਜਦੋਂ ਗੁੱਸਾ ਆਉਂਦਾ ਹੈ, ਕਈ ਲੋਕ ਮੈਨੂੰ ਕਹਿੰਦੇ ਭਾਜੀ ਜਦੋਂ ਸਾਨੂੰ ਗੁੱਸਾ ਆਉਂਦਾ ਹੈ ਤਾਂ ਅਸੀਂ ਤਾਂ ਫੇਰ ਚੱਕ ਫੱਟੇ ਦਿੰਦੇ ਹਾਂ। ਫਿਰ ਉਹ ਮਸੀਹੀ ਜੀਵਨ ਨਹੀਂ ਹੈ ਮੇਰੇ ਪਿਆਰੇ। ਉਹ ਜੀਵਨ ਹੈ ਜੋ ਤੁਸੀਂ ਪਹਿਲਾਂ ਇਸ ਸੰਸਾਰ ਦੇ ਨਾਲ ਗੁਜ਼ਾਰ ਰਹੇ ਸੀ ਔਰ ਹੁਣ ਵੀ ਗੁਜ਼ਾਰ ਰਹੇ ਆ। ਇੱਕ ਪੈਰ ਤੁਹਾਡਾ ਮਸੀਹ ਦੇ ਵਿੱਚ ਹੈ, ਇੱਕ ਪੈਰ ਤੁਹਾਡਾ ਸੰਸਾਰ ਦੇ ਵਿੱਚ ਆ। ਬਾਈਬਲ ਦੱਸਦੀ ਹੈ 2 ਮਾਲਕਾਂ ਦੀ ਸੇਵਾ ਕਰਨ ਵਾਲਾ ਮਨੁੱਖ ਡਿੱਗ ਜਾਂਦਾ ਹੈ, ਡੁੱਬ ਜਾਂਦਾ ਹੈ। ਉਹ ਕਦੇ ਵੀ ਪਰਮੇਸ਼ਰ ਦੀ ਆਸ਼ੀਸ਼ ਨੂੰ ਨਹੀਂ ਪ੍ਰਾਪਤ ਕਰਦਾ, ਉਹ ਨਾ ਪਰਮੇਸ਼ਰ ਦੀ ਆਵਾਜ਼ ਸੁਣ ਕੇ ਪਰਮੇਸ਼ਰ ਦੀ ਬਰਕਤ ਨੂੰ ਪ੍ਰਾਪਤ ਕਰਦਾ। ਐਲੀਆ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਹੈ, ਅਬਰਾਹਮ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਇਸਹਾਕ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਦਾਨੀਅਲ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਹੈ। ਔਰ ਯਿਸੂ ਮਸੀਹ ਦੇ ਰਾਹੀਂ ਪਤਰਸ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਨਥਾਨੀਅਲ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਯਹੋਨਾ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਪੌਲਸ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਹੈ। ਤੁਸੀਂ ਸੁਣ ਰਹੇ ਹੋ? ਜੇ ਤੁਸੀਂ ਪਰਮੇਸ਼ਰ ਦੀ ਆਵਾਜ਼ ਸੁਣ ਰਹੇ ਹੋ ਤਾਂ ਤੁਸੀਂ ਪਰਮੇਸ਼ਰ ਦੇ ਸੱਚੇ ਚੇਲੇ ਹੋ, ਉਸ ਦਾ ਅਨੁਸਰਣ ਕਰਨ ਵਾਲੇ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ? ਮੈਂ ਉਹ ਵਚਨ ਪੜ੍ਹ ਕੇ ਸਮਾਪਤੀ ਦੇ ਵਿੱਚ ਜਾਵਾਂਗਾ। ਯਹੋਨਾ ਦੀ ਅੰਜੀਲ ਉਸ ਦਾ 8 ਅਧਿਆਏ ਉਸ ਦੀ 31 ਆਇਤ ਲਿਖਿਆ ਹੈ, ਤਾਂ ਯਿਸੂ ਨੇ ਯਹੂਦੀਆਂ ਨੂੰ ਜਿਨ੍ਹਾਂ ਉਹਦੀ ਪ੍ਰਤੀਤ ਕੀਤੀ ਸੀ ਆਖਿਆ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਹੋ, ਮੇਰੇ ਵਚਨ ਨੂੰ ਸੁਣਦੇ ਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਯੂ ਆਰ ਦਾ ਡਿਸਾਈਪਲ। ਜੇ ਤੁਸੀਂ ਪਰਮੇਸ਼ਰ ਦੇ ਚੇਲੇ ਹੋ ਤਾਂ ਤੁਸੀਂ ਪਰਮੇਸ਼ਰ ਦੀ ਬਾਣੀ ਦੀ ਆਵਾਜ਼ ਸੁਣੋਗੇ, ਆਵਾਜ਼ ਨੂੰ ਨਹੀਂ ਸੁਣੋਗੇ, ਉਸ ਦੇ ਅਨੁਸਾਰ ਚੱਲੋਗੇ। ਕਿਉਂਕਿ ਬਾਈਬਲ ਕੀ ਦੱਸਦੀ ਹੈ? ਮੁਬਾਰਕ ਹੈ ਉਹ ਵਿਅਕਤੀ। ਜਦੋਂ ਮੈਂ ਪ੍ਰਕਾਸ਼ ਦੀ ਪੋਥੀ ਉਸ ਦਾ 1 ਅਧਿਆਇ ਉਸ ਦੀ 3 ਆਇਤ ਪੜ੍ਹਦਾ ਹਾਂ ਤਾਂ ਲਿਖਿਆ ਹੈ, ਧੰਨ ਉਹ ਜਿਹੜਾ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਉਹ ਜੋ ਇਸ ਵਿੱਚ ਲਿਖਿਆ ਹੋਇਆ ਉਸ ਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਉਹ ਪਰਮੇਸ਼ਰ ਦੇ ਸੱਚੇ ਚੇਲੇ ਹੈ। ਉਹੀ ਪਰਮੇਸ਼ਰ ਦੇ ਨਾਲ ਸਵਰਗ ਦੇ ਵਿੱਚ ਰਾਜ ਕਰਨਗੇ। ਫੈਸਲਾ ਤੁਹਾਡਾ ਹੈ। ਤੁਸੀਂ ਪਰਮੇਸ਼ਰ ਦੀ ਆਵਾਜ਼ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਪਰਮੇਸ਼ਰ ਦੀ ਆਵਾਜ਼ ਦੇ ਅਨੁਸਾਰ ਚੱਲਣਾ ਚਾਹੁੰਦੇ ਹੋ? ਕੀ ਪਰਮੇਸ਼ਰ ਦੀ ਆਵਾਜ਼ ਦੀ ਧਨਕਾਰ ਤੁਹਾਡੇ ਕੋਲ ਪਹੁੰਚ ਰਹੀ ਹੈ? ਜੇ ਪਹੁੰਚ ਰਹੀ ਹੈ ਤਾਂ ਸੱਚਮੁੱਚ ਤੁਸੀਂ ਪਰਮੇਸ਼ਰ ਦੇ ਚੇਲੇ ਹੋ। ਪਰਮੇਸ਼ਰ ਆਪ ਨੂੰ ਉਸ ਦੇ ਚੇਲੇ ਬਣਨ ਦੇ ਲਈ ਉਸ ਆਪ ਦੀ ਮਦਦ ਕਰੇ। ਜੈ ਮਸੀਹ ਦੀ।